ਡਾਕਟਰ ਮਨਮੋਹਨ ਸਿੰਘ ਕਹਿੰਦੇ ਆ ਆਈ ਐਮ ਵਟ ਆਈ ਐਮ ਬਿਕੋਜ਼ ਆਫ ਮਾਈ ਐਜੂਕੇਸ਼ਨ। ਅੱਜ ਇਸ ਵੀਡੀਓ ਦੇ ਵਿੱਚ ਨਾ ਇਦਾਂ ਦੇ ਸ਼ਖਸੀਅਤ ਦੀ ਆਪਾਂ ਗੱਲ ਕਰਨ ਲੱਗੇ ਆ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਸਿੰਪਲਿਸਿਟੀ ਸਾਦਗੀ ਦੇ ਵਿੱਚ ਗੁਜ਼ਾਰਤਾ ਦੇਸ਼ ਦੀ ਸੇਵਾ ਦੇ ਲਈ। ਦਿਲ ਵਿੱਚ ਸਿਰਫ ਇੱਕ ਹੀ ਮਿਸ਼ਨ, ਦੇਸ਼। ਐਂਡ ਉਸ ਪਰਸਨ ਦੀ ਗੱਲ ਕਰਨ ਲੱਗੇ ਆ ਜਿਸ ਦੀ ਬਦੌਲਤ ਅਗਰ ਅੱਜ ਆਪਾਂ ਕਹਿ ਰਹੇ ਹਾਂ ਨਾ ਆਪਣਾ ਇੰਡੀਆ ਸਭ ਤੋਂ ਵੱਡੀ ਇਕਨੋਮੀ ਦੀ ਲਿਸਟ ਦੇ ਵਿੱਚੋਂ 5ਵੇਂ ਨੰਬਰ ਤੇ ਆਉਂਦਾ, ਉਹਦਾ ਕ੍ਰੈਡਿਟ ਜਾਂਦਾ ਡਾਕਟਰ ਮਨਮੋਹਨ ਸਿੰਘ ਨੂੰ। ਕਿਉਂਕਿ 1990s ਦੇ ਵਿੱਚ ਤਾਂ ਇਦਾਂ ਦੀ ਕੰਡੀਸ਼ਨ ਸੀ ਕਿ ਇੰਡੀਆ ਦੇ ਕੋਲੇ ਸਰਵਾਈਵ ਕਰਨ ਦੇ ਲਈ 2 ਤੋਂ 3 ਹਫ਼ਤਿਆਂ ਦਾ ਪੈਸਾ ਬਚਿਆ ਸੀ, ਬੈਂਕਰਪਸੀ ਹੋਣ ਵਾਲੀ ਸੀ। ਉਸ ਸਮੇਂ ਫਾਈਨੈਂਸ ਮਿਨਿਸਟਰ ਬਣੇ ਤੇ ਕੁਝ ਇਦਾਂ ਦੇ ਸੋਲਿਡ ਡਿਸੀਜਨ ਲਏ ਜਿਸ ਦੇ ਨਾਲ ਕੀ ਹੋਇਆ, ਇੰਡੀਆ ਅੱਜ 5ਵੇਂ ਨੰਬਰ ਤੇ ਆ ਗਿਆ। ਸਾਰਾ ਕੁਝ ਸਮਝਾਂਗੇ ਉਹਨਾਂ ਦੀ ਪੂਰੀ ਬਾਇਓਗ੍ਰਾਫੀ ਨੂੰ, ਕਿੱਦਾਂ ਜਨਮ ਹੋਇਆ, ਕਿਵੇਂ ਉਹ ਪੋਲਿਟਿਕਸ ਵਿੱਚ ਆਏ, ਕੀ ਉਹਨਾਂ ਨੇ ਡਿਸੀਜਨ ਲਏ। ਉਸ ਤੋਂ ਵੀ ਪਹਿਲਾਂ ਇੰਡੀਆ ਦੀ ਕੰਡੀਸ਼ਨ ਕਿੱਦਾਂ ਹੋਈ। ਇੰਨੀ ਡੈਪਥ ਵਾਲੀ ਵੀਡੀਓ ਹੋਣ ਵਾਲੀ ਹੈ ਨਾ, ਕਿਉਂਕਿ ਖਾਸ ਗੱਲ ਇਹੀ ਆ ਪੰਜਾਬੀ ਇਨਫੋਪੀਡੀਆ ਦੀ ਇੱਕ ਟੌਪਿਕ ਨੂੰ ਸਮਝਾਉਣ ਦੇ ਲਈ ਆਪਾਂ ਪਾਸ ਵਿੱਚ ਜਾ ਕੇ ਉਸ ਜੜ ਨੂੰ ਸਮਝਦੇ ਆ। ਤਾਂ ਕਰਕੇ ਅਗਰ ਤੁਸੀਂ ਚੈਨਲ ਤੇ ਨਵੇਂ ਹੋ, ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ। ਤੁਹਾਡਾ ਆਪਣਾ ਚੈਨਲ ਆ ਸਰਲ ਪੰਜਾਬੀ ਭਾਸ਼ਾ ਦੇ ਵਿੱਚ ਤੁਹਾਡੇ ਸਾਰੇ ਨਾਲ ਨੈਸ਼ਨਲ, ਸਟੇਟ, ਵਰਲਡ ਦੀਆਂ ਨਾ ਨਿਊਜ਼, ਕਰੰਟ ਅਫੇਅਰਸ ਇਦਾਂ ਦੇ ਸੋਲਿਡ ਟੌਪਿਕਸ ਆਪਾਂ ਲੈ ਕੇ ਆਨੇ ਆ ਤਾਂ ਕਿ ਆਪਾਂ ਸਾਰੇ ਪੰਜਾਬੀਆਂ ਨੂੰ ਅਵੇਅਰ ਕਰ ਪਾਈਏ। ਤਾਂ ਅਗਰ ਚੈਨਲ ਤੇ ਨਵੇਂ, ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ। ਕਰਦੇ ਹਾਂ ਸ਼ੁਰੂਆਤ ਵੀਡੀਓ ਦੀ। ਐਂਡ ਸਟਰੋਂਗਲੀ ਰეკਮੈਂਡ ਕਰੂੰਗਾ ਡਾਕਟਰ ਮਨਮੋਹਨ ਸਿੰਘ ਜੀ ਦੇ ਬਾਰੇ ਨਾ ਸਾਰਿਆਂ ਨੂੰ ਪਤਾ ਹੋਣਾ ਜ਼ਰੂਰੀ ਆ। ਵੀਡੀਓ ਨੂੰ ਨਾ ਲਾਸਟ ਤੱਕ ਦੇਖਿਓ, ਸਕਿਪ ਨਾ ਕਰਕੇ ਜਾਇਓ ਐਂਡ ਫੈਮਿਲੀ ਮੈਂਬਰਸ ਨੂੰ ਵੀ ਸ਼ੇਅਰ ਕਰ ਦਿਓ। ਤਾਂ ਸ਼ੁਰੂਆਤ ਕਰਦੇ ਹਾਂ ਵੀਡੀਓ ਦੀ। ਚੈਪਟਰ 1 ਦ ਅਰਲੀ ਈਅਰਸ ਆਫ ਡਾਕਟਰ ਮਨਮੋਹਨ ਸਿੰਘ। ਅਗਰ ਗੱਲ ਕਰੀਏ ਮਨਮੋਹਨ ਸਿੰਘ ਜੀ ਦੇ ਜਨਮ ਦੀ, 26 ਸਤੰਬਰ 1932 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਇੱਕ ਬੜੇ ਛੋਟੇ ਜਿਹੇ ਪਿੰਡ ਜਿਹਦਾ ਨਾਮ ਸੀ ਗਾਹ। ਇਹ ਮੈਂ ਗੱਲ ਕਰ ਰਿਹਾ 1932 ਅਨਡਿਵਾਈਡਡ ਇੰਡੀਆ ਦੀ। ਅੱਜ ਗੱਲ ਕਰੀਏ ਪਾਰਟੀਸ਼ਨ ਤੋਂ ਬਾਅਦ ਇਹ ਗਾਹ ਪਿੰਡ ਪਾਕਿਸਤਾਨ ਦੇ ਵਿੱਚ ਆਂਦਾ। ਇਹ ਛੋਟੇ ਜਿਹੇ ਪਿੰਡ ਦੇ ਵਿੱਚ ਇਹਨਾਂ ਦਾ ਜਨਮ ਹੋਇਆ, ਉੱਥੇ ਹੀ ਇਹਨਾਂ ਦੀ ਪਰਵਰਿਸ਼ ਹੋਈ। ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਸਨ। ਇਹਨਾਂ ਦੇ ਪਿਤਾ ਜੀ ਇੱਕ ਟ੍ਰੇਡਰ ਸਨ। ਉੱਥੇ ਪਿੰਡ ਦੇ ਵਿੱਚ ਇਹਨਾਂ ਨੇ ਉਰਦੂ ਮੀਡੀਅਮ ਸਕੂਲ ਤੋਂ ਆਪਣੀ ਪ੍ਰਾਇਮਰੀ ਐਜੂਕੇਸ਼ਨ, ਉੱਥੇ ਹੀ ਅਪਰ ਪ੍ਰਾਇਮਰੀ ਐਜੂਕੇਸ਼ਨ ਕੀਤੀ। 1947 ਦੇ ਵਿੱਚ ਪਾਰਟੀਸ਼ਨ ਹੋਇਆ। ਫਿਰ ਪਾਰਟੀਸ਼ਨ ਤੋਂ ਬਾਅਦ ਇਹ ਗਾਹ ਪਿੰਡ ਤੋਂ ਪਹਿਲਾਂ ਹਲਦਵਾਨੀ, ਫਿਰ ਅੰਮ੍ਰਿਤਸਰ ਦੇ ਵਿੱਚ ਇਹ ਸੈਟਲ ਹੋ ਗਏ। ਅੰਮ੍ਰਿਤਸਰ ਦੇ ਵਿੱਚ ਹੀ ਫਿਰ ਇਹਨਾਂ ਨੇ ਗ੍ਰੈਜੂਏਸ਼ਨ ਆਪਣੀ ਕੰਪਲੀਟ ਕੀਤੀ ਹਿੰਦੂ ਕਾਲਜ। ਅਗਰ ਤੁਸੀਂ ਦੇਖੋਗੇ ਅੱਜ ਗੋਲਡਨ ਟੈਂਪਲ ਦੇ ਬਿਲਕੁਲ ਨੇੜੇ ਆ। ਹਿੰਦੂ ਕਾਲਜ ਤੋਂ ਇਹਨਾਂ ਨੇ ਆਪਣੀ 1948 ਦੇ ਵਿੱਚ ਗ੍ਰੈਜੂਏਸ਼ਨ ਕੰਪਲੀਟ ਕੀਤੀ। ਫਿਰ ਉਸ ਤੋਂ ਬਾਅਦ ਇਹ ਆਪਣੀ ਸਕੋਲਰਸ਼ਿਪ ਦੇ ਦਮ ਤੇ ਯੂਨੀਵਰਸਿਟੀ ਆਫ ਕੈਂਬਰਿਜ ਐਂਡ ਆਕਸਫੋਰਡ ਵਿੱਚ ਆਪਣੀ ਫਰਦਰ ਸਟੱਡੀਜ਼ ਲਈ ਚਲੇ ਗਏ। ਐਂਡ ਉੱਥੇ ਜਾ ਕੇ ਇਹਨਾਂ ਨੇ ਖੂਬ ਕਹਿ ਸਕਦੇ ਆ ਨਾ ਪੜ੍ਹਾਈ ਦੇ ਵਿੱਚ ਐਕਸਪਰਟਿਜ਼ ਇਕਨੋਮਿਕਸ ਫੀਲਡ ਵਿੱਚ ਹਾਸਿਲ ਕੀਤੀ। ਐਂਡ ਬਚਪਨ ਤੋਂ ਹੀ ਅਗਰ ਗੱਲ ਕਰੀਏ ਨਾ ਡਾਕਟਰ ਮਨਮੋਹਨ ਸਿੰਘ ਬਾਰੇ, ਪੜ੍ਹਾਈ ਵਿੱਚ ਬਹੁਤ ਤੇਜ਼ ਸਨ, ਟੌਪ ਕਰਦੇ ਸੀ। ਐਂਡ ਇਦਾਂ ਹੀ ਇਹਨਾਂ ਨੇ ਆਪਣੀ ਪੜ੍ਹਾਈ ਕੰਪਲੀਟ ਕੀਤੀ। ਐਂਡ ਡਾਕਟਰ ਮਨਮੋਹਨ ਸਿੰਘ ਕਹਿੰਦੇ ਨੇ ਮੇਰੀ ਜ਼ਿੰਦਗੀ ਦੇ ਵਿੱਚ ਨਾ 2 ਟੀਚਰਸ ਨੇ, 2 ਮੇਰੇ ਅਧਿਆਪਕਾਂ ਨੇ ਨਾ ਬੜਾ ਇੰਪੋਰਟੈਂਟ ਰੋਲ ਪਲੇ ਕੀਤਾ ਜਿਨ੍ਹਾਂ ਨੇ ਮੇਰੇ ਉੱਤੇ ਬਹੁਤ ਹੀ ਵੱਡਾ ਇੰਪੈਕਟ ਪਾਇਆ। ਪਹਿਲੇ ਹੈਗੇ ਆ ਜੌਨ ਰੋਬਿਨਸਨ, ਦੂਸਰੇ ਨਿਕੋਲਸ ਕੈਲਡਰ। ਇਹਨਾਂ ਦੋਵਾਂ ਨੇ ਨਾ ਪ੍ਰਭਾਵ ਬਹੁਤ ਵੱਡਾ ਪਾਇਆ। ਫਿਰ ਉਸ ਤੋਂ ਬਾਅਦ ਇਹਨਾਂ ਦੀ ਉੱਥੇ ਐਜੂਕੇਸ਼ਨ ਕੰਪਲੀਟ ਹੋਈ। ਐਂਡ ਦੈਨ ਫਿਰ ਇਹ ਵਾਪਸ ਆ ਗਏ ਪੰਜਾਬ। ਐਂਡ ਦੈਨ ਇਹਨਾਂ ਨੇ ਆਪਣੀ ਕਰੀਅਰ ਦੀ ਸ਼ੁਰੂਆਤ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਲੈਕਚਰਰ ਦੇ ਰੂਪ ਦੇ ਵਿੱਚ ਕੀਤੀ। ਅਰਾਊਂਡ 1957 ਤੱਕ ਇਹਨਾਂ ਨੇ ਪੜ੍ਹਾਇਆ। ਫਿਰ ਉਸ ਤੋਂ ਬਾਅਦ ਇਹ ਕਿੱਦਾਂ ਪਬਲਿਕ ਸੈਕਟਰ ਦੇ ਵਿੱਚ ਆਏ, ਇਹ ਆਪਾਂ ਸਮਝਾਂਗੇ ਚੈਪਟਰ 2 ਦੇ ਵਿੱਚ। ਚੈਪਟਰ 2 ਹੋਲ ਜਰਨੀ ਫਰੋਮ ਪੰਜਾਬ ਯੂਨੀਵਰਸਿਟੀ ਟੂ ਪਬਲਿਕ ਸੈਕਟਰ। ਕੁਝ ਸਮਾਂ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਾਇਆ। 1969 ਦੇ ਵਿੱਚ ਇਹ ਦਿੱਲੀ ਚਲੇ ਗਏ, ਦਿੱਲੀ ਸਕੂਲ ਆਫ ਇਕਨੋਮਿਕਸ ਦੇ ਵਿੱਚ। ਉੱਥੇ ਉਹਨਾਂ ਨੇ ਪੜ੍ਹਾਇਆ। ਫਿਰ ਇਹਨਾਂ ਨੇ ਸਭ ਤੋਂ ਪਹਿਲਾਂ ਚੀਫ ਇਕਨੋਮਿਕ ਐਡਵਾਈਜ਼ਰ ਦੇ ਰੂਪ ਦੇ ਵਿੱਚ 1972 ਦੇ ਵਿੱਚ ਗਵਰਨਮੈਂਟ ਨੂੰ ਜੁਆਇਨ ਕੀਤਾ, ਜਿਹੜਾ ਕਿ ਪਹਿਲਾ ਕਦਮ ਸੀ ਇਹਨਾਂ ਦੇ ਕਰੀਅਰ ਦਾ, ਗਵਰਨਮੈਂਟ ਪਬਲਿਕ ਸੈਕਟਰ ਦੇ ਲਈ ਕੰਮ ਕਰਨ ਦਾ। ਫਿਰ ਇਹਨਾਂ ਨੇ ਪਲੈਨਿੰਗ ਕਮਿਸ਼ਨਰ ਦੇ ਰੂਪ ਦੇ ਵਿੱਚ ਵੀ ਐਜ਼ ਅ ਰੋਲ ਪਲੇ ਕੀਤੇ। ਬਹੁਤ ਹੀ ਵਧੀਆ ਕਰੀਅਰ ਚੱਲ ਰਿਹਾ ਸੀ, ਸਾਰਾ ਕੁਝ ਵਧੀਆ ਚੱਲ ਰਿਹਾ ਸੀ। ਬਟ ਕਿਤੇ ਨਾ ਡਾਕਟਰ ਮਨਮੋਹਨ ਸਿੰਘ ਜੀ ਨੇ ਵੀ ਨਹੀਂ ਸੋਚਿਆ ਸੀ, ਇਹ ਮੈਂ ਅੱਗੇ ਚੱਲ ਕੇ ਕਹਾਣੀ ਵਿੱਚ ਦੱਸਾਂਗਾ, ਕਿ ਇੰਨੀ ਵੱਡੀ ਰਿਸਪੌਂਸਿਬਿਲਿਟੀ 1991 ਦੇ ਵਿੱਚ ਮਿਲ ਜਾਵੇਗੀ ਐਜ਼ ਅ ਫਾਈਨੈਂਸ ਮਿਨਿਸਟਰ ਦੀ। ਹੁਣ ਉਹ ਸਮਝਦੇ ਆ ਇੰਨੀ ਵੱਡੀ ਰਿਸਪੌਂਸਿਬਿਲਿਟੀ ਕਿਉਂ ਮਿਲੀ। ਗੱਲ ਕਰੀਏ 1990s ਦੀ, 1991 ਦੇ ਵਿੱਚ ਇੰਡੀਆ ਦੀ ਕੰਡੀਸ਼ਨ ਇਦਾਂ ਦੀ ਹੋ ਗਈ ਸੀ, ਇਕਨੋਮਿਕ ਕ੍ਰਾਈਸਿਸ ਆ ਗਈ ਸੀ। ਇਹ ਆਪਾਂ ਸਮਝਦੇ ਹਾਂ ਚੈਪਟਰ 3 ਦੇ ਵਿੱਚ। ਚੈਪਟਰ 3 ਇਕਨੋਮਿਕ ਕ੍ਰਾਈਸਿਸ। 1991 ਦਾ ਜਿਵੇਂ ਹੀ ਦੌਰ ਆਇਆ, ਉਸ ਸਮੇਂ ਨਾ ਤੁਸੀਂ ਇਦਾਂ ਮੰਨੋ ਇੰਡੀਆ ਦੇ ਕੋਲ ਨਾ ਕੇਵਲ 2 ਤੋਂ 3 ਹਫ਼ਤਿਆਂ ਦਾ ਫੋਰਨ ਐਕਸਚੇਂਜ ਰਹਿ ਗਿਆ ਸੀ। 2 ਤੋਂ 3 ਹਫ਼ਤਿਆਂ ਬਾਅਦ ਨਾ ਤਾਂ ਇੰਡੀਆ ਕਿਸੇ ਵੀ ਕੰਟਰੀ ਚੋਂ ਕੁਝ ਵੀ ਇੰਪੋਰਟ ਕਰ ਸਕਦਾ ਸੀ, ਨਾ ਪੈਟਰੋਲੀਅਮ, ਨਾ ਮੈਡੀਸਿਨ, ਕੁਝ ਵੀ ਨਹੀਂ ਖਰੀਦ ਸਕਦਾ ਸੀ। ਮਤਲਬ ਕਿ ਇਦਾਂ ਸਮਝੋ ਬੈਂਕਰਪਸੀ ਹੋਣ ਦੇ ਕਦਾਰ ਤੇ ਸੀ ਇੰਡੀਆ। ਅਗਰ ਉਸ ਸਮੇਂ ਹੀ
ਨਾ ਕੀਤਾ ਜਾਂਦਾ ਕੁਛ। ਹੁਣ ਸਮਝਦੇ ਆ ਕਿ ਆਖਿਰ ਇਹ ਇਕੋਨੋਮਿਕ ਕ੍ਰਾਈਸਿਸ ਆਈ ਕਿਵੇਂ? ਇਹ ਥੋੜ੍ਹਾ ਜਿਹਾ ਮੈਂ ਤੁਹਾਨੂੰ ਪਿੱਛੇ ਲੈ ਕੇ ਚੱਲਦਾ 1947 ਜਦੋਂ ਆਪਣਾ ਦੇਸ਼ ਆਜ਼ਾਦ ਹੋਇਆ, ਜਵਾਹਰ ਲਾਲ ਨਹਿਰੂ ਆਪਣੇ ਪ੍ਰਾਈਮ ਮਿਨਿਸਟਰ ਸਨ ਤੇ ਉਹਨਾਂ ਨੇ ਕੀ ਕੀਤਾ, ਜਿਵੇਂ ਹੀ ਆਪਣਾ ਦੇਸ਼ ਆਜ਼ਾਦ ਹੋਇਆ ਤਾਂ ਸਭ ਤੋਂ ਪਹਿਲਾਂ ਕਿਉਂਕਿ ਸਾਰੇ ਇੰਡੀਆ ਦੇ ਲੋਕੀ ਇੰਨਾ ਜ਼ਿਆਦਾ ਅੰਗਰੇਜ਼ਾਂ ਤੋਂ ਐਕਸਪਲੋਇਟ ਹੋ ਚੁੱਕੇ ਸੀ, ਤਾਂ ਜਵਾਹਰ ਲਾਲ ਨਹਿਰੂ ਨੇ ਸਭ ਤੋਂ ਪਹਿਲਾ ਸਟੈਪ ਇਹੀ ਕੀਤਾ 1947 ਵੇਲੇ। ਉਸ ਸਮੇਂ ਇਹ ਬਿਲਕੁਲ ਸਹੀ ਸਟੈਪ ਵੀ ਸੀ ਕਿ ਸਾਰੀਆਂ ਜਿਹੜੀਆਂ ਬਾਹਰ ਵਾਲੀਆਂ ਕੰਪਨੀਆਂ ਸੀ, ਫੋਰਨ ਇਨਵੈਸਟਮੈਂਟ ਨੂੰ ਰੋਕਤਾ। ਇੱਕ ਪਾਲਿਸੀ ਬਣਾਤੀ ਕਿ ਕੋਈ ਵੀ ਇਨ ਫਿਊਚਰ ਬਾਹਰਲੀ ਕੰਪਨੀ ਇੰਡੀਆ ਦੇ ਵਿੱਚ ਨਹੀਂ ਆ ਪਾਏਗੀ, ਕਿਉਂਕਿ ਆਲਰੇਡੀ ਨਾ ਜਿਵੇਂ ਮੈਂ ਹੁਣੇ ਦੱਸਿਆ ਇੰਡੀਅਨਸ ਲੋਕੀ ਐਕਸਪਲੋਇਟ ਹੋ ਚੁੱਕੇ ਸੀ ਈਸਟ ਇੰਡੀਅਨ ਕੰਪਨੀ ਤੋਂ। ਤਾਂ ਕਰਕੇ ਜਵਾਹਰ ਲਾਲ ਨਹਿਰੂ ਜੀ ਨੇ ਇਹ ਸਟੈਪ ਲਿਆ, ਜਿਹਦੇ ਕਰਕੇ ਮੈਂ ਅੱਗੇ ਚ ਦੱਸਦਾ ਵਾਂ ਕਿ ਉਹ ਇੰਡੀਅਨ ਇਕਨੋਮਿਕ ਦੇ ਵਿੱਚ ਕ੍ਰਾਈਸਿਸ ਆਇਆ। ਜਿਵੇਂ ਹੀ ਉਹਨਾਂ ਨੇ ਇਹ ਸਟਰੋਂਗ ਲਾਅ ਇੰਪਲੀਮੈਂਟ ਕਰਤਾ, ਤਾਂ ਜਿਹੜੀਆਂ ਆਲਰੇਡੀ ਬਾਹਰੀਆਂ ਕੰਪਨੀਆਂ ਆਪਰੇਟ ਕਰ ਰਹੀਆਂ ਸੀ, ਭਾਵੇਂ ਉਹ ਕੋਕਾ ਕੋਲਾ ਹੋਵੇ, ਭਾਵੇਂ IBM ਹੋਵੇ, ਸਾਰਿਆਂ ਨੇ ਨਾ ਆਪਣੇ ਆਪਰੇਸ਼ਨਸ ਨੂੰ ਹੌਲੀ-ਹੌਲੀ ਨਾ ਇੰਡੀਆ ਦੇ ਵਿੱਚੋਂ ਬੰਦ ਕਰਨਾ ਸ਼ੁਰੂ ਕਰਤਾ। 1980s ਦੇ ਵਿੱਚ ਕੀ ਹੋਇਆ, ਐਗਜ਼ਿਟ ਮਾਰ ਗਿਆ, ਜਿਹਦੇ ਕਰਕੇ ਕੀ ਹੋਇਆ ਨਾ ਇਕੋਨੋਮੀ ਦੇ ਵਿੱਚ ਨਾ ਥੋੜਾ ਜਿਹਾ ਸਲੋ ਡਾਊਨ ਆ ਗਿਆ। ਇਹਦੇ ਨਾਲ ਜਿਵੇਂ ਦੇਸ਼ ਆਜ਼ਾਦ ਹੋਇਆ ਸੀ, ਲੋਕਾਂ ਕੋਲ ਪੈਸਾ ਤਾਂ ਹੈਗਾ ਹੀ ਨਹੀਂ ਸੀ। 2 ਤੋਂ 3 ਹੀ ਕੁਝ ਪ੍ਰਾਈਵੇਟ ਵੱਡੇ ਪਲੇਅਰ ਸਨ ਜਿਹੜੇ ਇੰਡਸਟਰੀ ਆਪਣੇ ਕੋਲ ਰਹੇ ਸਨ। ਬਾਕੀ ਸਾਰਾ ਕੁਝ ਕੀ ਆ, ਗਵਰਨਮੈਂਟ ਨੂੰ ਆਪਣੀ ਜੇਬ ਦੇ ਵਿੱਚੋਂ ਹੀ ਇਨਵੈਸਟ ਕਰਨਾ ਪੈ ਰਿਹਾ ਸੀ ਹਰ ਇੰਡਸਟਰੀ ਨੂੰ ਖੋਲ੍ਹਣ ਦੇ ਲਈ, ਭਾਵੇਂ ਉਹ ਮਾਈਨਿੰਗ ਹੋਵੇ, ਭਾਵੇਂ ਇਨਫਰਾ ਹੋਵੇ, ਭਾਵੇਂ ਕੋਈ ਵੀ ਹੋਵੇ। ਹਰ ਚੀਜ਼ ਵਿੱਚ ਨਾ ਗਵਰਨਮੈਂਟ ਨੂੰ ਕਹਿ ਸਕਦੇ ਖੁਦ ਹੀ ਇਨਵੋਲਵ ਹੋਣਾ ਪੈ ਰਿਹਾ ਸੀ। ਮਤਲਬ ਕਿ ਗਵਰਨਮੈਂਟ ਦਾ ਸਾਰਾ ਫੋਕਸ ਸੀ ਦੂਸਰਾ ਪਬਲਿਕ ਸੈਕਟਰ ਦੇ ਉੱਤੇ। ਐਂਡ ਉਸ ਸਮੇਂ ਨਾ ਲੋਕਾਂ ਨੂੰ ਲਾਇਸੈਂਸ ਮਿਲਣਾ ਵੀ ਬੜਾ ਮੁਸ਼ਕਲ ਹੁੰਦਾ ਸੀ। ਤੁਸੀਂ ਇਹਦਾ ਸਮਝੋ ਲਾਇਸੈਂਸ ਰਾਜ ਸੀ ਕਿ ਕੁਝ ਸਿਲੈਕਟਿਵ ਬੰਦਿਆਂ ਨੂੰ ਹੀ ਮਿਲ ਪਾਉਂਦਾ ਸੀ। ਤਾਂ ਗਵਰਨਮੈਂਟ ਦਾ ਪਹਿਲਾ ਜਿਵੇਂ ਮੈਂ ਦੱਸਿਆ, ਪਹਿਲਾ ਕੀ ਲਾਅ ਕੀਤਾ ਕਿ ਬਾਹਰ ਵਾਲੀ ਕੰਪਨੀਆਂ ਨੂੰ ਬੰਦ ਕਰਤਾ ਇੰਡੀਆ 'ਚ ਆਉਣ ਤੋਂ। ਦੂਸਰਾ ਪ੍ਰਾਈਵੇਟ ਪਲੇਅਰਸ ਨੂੰ ਵੀ ਬੰਦਿਸ਼ ਲਗਾਤੀ ਕਿ ਅਸੀਂ ਹੀ ਕਰਾਂਗੇ, ਕਿਉਂਕਿ ਲੋਕਾਂ ਕੋਲ ਪੈਸਾ ਹੀ ਨਹੀਂ ਸੀ ਇੰਡਸਟਰੀਆਂ ਖੋਲ੍ਹਣ ਦਾ। ਤੇ ਜਿਹਦੇ ਨਾਲ ਕੀ ਹੋਇਆ 1960 1970 ਜਿਵੇਂ ਬੀਤਦੇ ਗਏ, ਪੂਰੀ ਇਕਨੋਮੀ, ਪੂਰੀ ਇੰਡਸਟਰੀ ਸਲੋ ਡਾਊਨ ਹੁੰਦੀ ਗਈ, ਜਿਹਦੇ ਕਰਕੇ ਕੀ ਹੋਇਆ ਇੱਕ ਕ੍ਰਾਈਸਿਸ ਦੀ ਨਾ ਸ਼ੁਰੂਆਤ ਹੋਣ ਲੱਗ ਗਈ ਸੀ। ਐਂਡ ਕਹਿੰਦੇ ਆ ਨਾ ਜ਼ਖਮ ਦੇ ਉੱਤੇ ਨਮਕ ਛਿੜਕਣ ਵਾਲਾ ਕੰਮ ਹੋ ਗਿਆ 1985 ਦੇ ਵਿੱਚ, ਜਦੋਂ ਇੰਡੀਆ ਦਾ ਸਭ ਤੋਂ ਵੱਡਾ ਸਪੋਰਟਰ ਰਸ਼ੀਆ ਪਿੱਛੇ ਹਟ ਗਿਆ ਸੀ, ਕਿਉਂਕਿ ਗੁਲਫ ਕੰਟਰੀਜ਼ ਦੀ ਨਾ ਵੋਰ ਛਿੜ ਗਈ ਸੀ, ਜਿਹਦੇ ਵਿੱਚ USA ਨੇ ਵੀ ਪਾਰਟਿਸਿਪੇਟ ਕੀਤਾ ਸੀ। ਜਿਹਦੇ ਕਰਕੇ ਕੀ ਹੋਇਆ, ਇਨਫਲੇਸ਼ਨ ਬੜੀ ਵੱਧ ਗਈ, ਜਿਹਦੇ ਕਰਕੇ ਕੀ ਹੋਇਆ ਜਿਹੜੀ ਚੀਜ਼ਾਂ ਇੰਡੀਆ ਇੰਪੋਰਟ ਕਰ ਰਿਹਾ ਸੀ ਬਾਕੀ ਕੰਟਰੀਆਂ ਨੂੰ, ਉਹ ਬਹੁਤ ਮਹਿੰਗੀਆਂ ਇੰਪੋਰਟ ਹੋਣ ਲੱਗ ਗਿਆ। ਜਿਹਦੇ ਕਰਕੇ ਕੀ ਹੋਇਆ, ਉਹ ਇੰਪੋਰਟ ਵੀ ਕੋਸਟਲੀ ਹੋ ਗਈ। ਇਕਨੋਮੀ ਤਾਂ ਪਹਿਲਾਂ ਹੀ ਇੱਕ ਸਲੋ ਡਾਊਨ ਚੱਲ ਰਹੀ ਸੀ ਇੰਡੀਆ ਦੀ, ਉੱਤੋਂ ਜਿਹੜੀ ਇੰਪੋਰਟ ਵੀ ਕੋਸਟਲੀ ਹੋ ਗਈ, ਉਹਨੇ ਹੋਰ ਵੱਡਾ ਇੰਪੈਕਟ ਪਾਤਾ। ਜਿਹਦੇ ਕਰਕੇ ਕੀ ਹੋਇਆ 1990s ਆਇਆ, 1991 ਦਾ ਸਮੇਂ ਆਇਆ। ਉਸ ਸਮੇਂ ਇੰਡੀਆ ਦੇ ਕੋਲੇ ਨਾ ਕੇਵਲ ਤੁਸੀਂ ਮੰਨ ਕੇ ਚੱਲੋ 2 ਤੋਂ 3 ਹਫ਼ਤਿਆਂ ਦਾ ਪੈਸਾ ਬਚਿਆ ਸੀ, ਫੋਰਨ ਐਕਸਚੇਂਜ ਬਚਿਆ ਸੀ ਕੁਝ ਇੰਪੋਰਟ ਕਰਨ ਦੇ ਲਈ। ਐਂਡ ਕੰਡੀਸ਼ਨ ਬੜੀ ਵਰਸ ਹੋ ਚੁੱਕੀ ਸੀ, ਐਂਡ ਉਮੀਦ ਛੱਡਤੀ ਸੀ, ਕਿਤੋਂ ਵੀ ਇੰਡੀਆ ਨੂੰ ਲੋਨ ਨਹੀਂ ਮਿਲ ਰਿਹਾ ਸੀ। ਇੱਥੋਂ ਤੱਕ ਨਾ ਇੰਟਰਨੈਸ਼ਨਲੀ ਮੋਨੀਟਰੀ ਫੰਡ ਐਂਡ ਵਰਲਡ ਬੈਂਕ ਵੀ ਨਾ ਲੋਨ ਨਹੀਂ ਦੇ ਰਿਹਾ ਸੀ, ਕਿਉਂਕਿ 1991 ਦੇ ਵਿੱਚ ਨਾ ਸਭ ਤੋਂ ਪਹਿਲਾਂ ਇੱਕ ਹੋਰ ਪ੍ਰੋਬਲਮ ਸੀ, ਇੱਕ ਮਾਈਨੋਰਿਟੀ ਦੀ ਸਰਕਾਰ ਸੀ। ਤਾਂ ਕਰਕੇ ਸਭ ਤੋਂ ਪਹਿਲਾਂ ਇੰਡੀਅਨ ਗਵਰਨਮੈਂਟ ਨੂੰ ਫੋਕਸ ਕਰਨਾ ਪਿਆ ਕਿ ਦੁਬਾਰਾ ਇਲੈਕਸ਼ਨ ਕਰਵਾਈਏ, ਕਿ ਇੱਕ ਮੈਜੋਰਿਟੀ ਵਾਲੀ ਆਪਾਂ ਸਰਕਾਰ ਐਟਲੀਸਟ ਲੈ ਕੇ ਆਈਏ, ਤਾਂ ਹੀ ਆਪਾਂ IMF ਤੋਂ, ਵਰਲਡ ਬੈਂਕ ਤੋਂ ਲੋਨ ਚੱਕ ਪਾਵਾਂਗੇ। ਤਾਂ ਦੁਬਾਰਾ ਇਲੈਕਸ਼ਨ ਹੁੰਦੇ 1991 ਦੇ ਵਿੱਚ, PV ਨਰਸਿਮਹਾ ਰਾਓ PM ਬਣਦੇ ਆ, ਐਂਡ ਉਹ ਪੂਰੀ ਇਕਨੋਮਿਕ ਕ੍ਰਾਈਸਿਸ ਨੂੰ ਅਬਜ਼ਰਵ ਕਰਦੇ ਆ। ਤੇ ਇੱਕ ਹੀ ਨਾਮ ਉਹਨਾਂ ਦੇ ਦਿਮਾਗ ਦੇ ਵਿੱਚ ਆਉਂਦਾ ਵਾ, ਜਿਹੜੇ ਕਿ ਗਵਰਨਰ ਰਹਿ ਚੁੱਕੇ ਸੀ RBI ਦੇ, ਡਾਕਟਰ ਮਨਮੋਹਨ ਸਿੰਘ। ਡਾਕਟਰ ਮਨਮੋਹਨ ਸਿੰਘ ਉਸ ਸਮੇਂ ਕਹਾਣੀ ਦੱਸਦੇ ਆ 1991 ਦੇ ਵਿੱਚ ਇੱਕ ਮੀਟਿੰਗ ਤੋਂ ਬਾਹਰੋਂ ਇੰਡੀਆ ਦੇ ਵਿੱਚ ਆਏ ਸੀ, ਆਰਾਮ ਕਰ ਰਹੇ ਸੀ, ਤੇ ਉਹਨਾਂ ਨੂੰ ਫੋਨ ਕਾਲ ਜਾਂਦੀ ਆ। ਉਹਨਾਂ ਦਾ ਸਨ ਇਨ ਲੋ ਚੱਕਦਾ ਫੋਨ, ਉਸ ਸਮੇਂ ਉਹ ਆਰਾਮ ਕਰ ਰਹੇ ਸੀ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਨਾ, ਡਾਕਟਰ ਮਨਮੋਹਨ ਸਿੰਘ ਨੇ ਤਾਂ ਇਮੈਜਿਨ ਵੀ ਨਹੀਂ ਕੀਤਾ ਸੀ ਕਿ ਉਹਨਾਂ ਨੂੰ ਇਨ ਫਿਊਚਰ ਇੰਨੀ ਵੱਡੀ ਜ਼ਿੰਮੇਵਾਰੀ ਮਿਲੇਗੀ। ਉਹਨਾਂ ਦੇ ਸਨ ਇਨ ਲੋ ਫੋਨ ਉਠਾਉਂਦੇ ਆ ਤੇ ਉਹਨਾਂ ਨੂੰ ਕਿਹਾ ਜਾਂਦਾ ਕਿ ਡਾਕਟਰ ਮਨਮੋਹਨ ਸਿੰਘ ਨੂੰ ਅਸੀਂ ਚੁਣਿਆ ਵਾ ਅਗਲੇ ਫਾਈਨੈਂਸ ਮਿਨਿਸਟਰ ਦੇ ਲਈ। ਤਾਂ ਉਹ ਡਾਕਟਰ ਮਨਮੋਹਨ ਸਿੰਘ ਜੀ ਨੂੰ ਉਠਾਉਂਦੇ ਆ। ਡਾਕਟਰ ਮਨਮੋਹਨ ਸਿੰਘ ਖੁਦ ਇੰਟਰਵਿਊ ਦੇ ਵਿੱਚ ਕਹਿੰਦੇ ਆ ਕਿ ਪਹਿਲਾਂ ਤਾਂ ਉਹਨਾਂ ਨੂੰ ਯਕੀਨ ਹੀ ਨਹੀਂ ਹੋਇਆ, ਉਹਨਾਂ ਨੂੰ ਇਦਾਂ ਹੀ ਲੱਗਾ ਕਿ ਫੇਕ ਕਾਲ ਆ।
ਫਿਰ 2-3 ਘੰਟੇ ਬਾਅਦ ਫਿਰ ਉਹਨਾਂ ਨੂੰ ਦੁਬਾਰਾ ਇਹ ਮੈਸੇਜ ਪਹੁੰਚਾਇਆ ਜਾਂਦਾ, ਫਿਰ ਉਹਨਾਂ ਨੂੰ ਸਮਝ ਆਉਂਦਾ ਕਿ ਬਿਲਕੁਲ ਇਹ ਸਹੀ ਗੱਲ ਆ। ਫਿਰ ਉਸ ਤੋਂ ਬਾਅਦ ਪੀਵੀ ਨਰਸਿਮਹਾ ਰਾਓ ਅਪਾਇੰਟ ਕਰਦੇ ਆ ਡਾਕਟਰ ਮਨਮੋਹਨ ਸਿੰਘ ਜੀ ਨੂੰ ਫਾਈਨੈਂਸ ਮਿਨਿਸਟਰ, ਐਂਡ ਉਸ ਤੋਂ ਬਾਅਦ ਕਮਾਨ ਦਿੱਤੀ ਜਾਂਦੀ ਆ ਇਕਨੋਮੀ ਨੂੰ ਸੁਧਾਰਨ ਦੀ, ਇੰਡੀਆ ਨੂੰ ਕ੍ਰਾਈਸਿਸ ਤੋਂ ਬਾਹਰ ਲਿਆਉਣ ਦੀ ਡਾਕਟਰ ਮਨਮੋਹਨ ਸਿੰਘ ਜੀ ਨੂੰ। ਐਂਡ ਕਿਹਾ ਜਾਂਦਾ ਕਿ ਏਦਾਂ ਦਾ ਇੱਕ ਲੈਜੈਂਡਰੀ ਬਜਟ ਲੈ ਕੇ ਆਓ ਜਿਸ ਦੇ ਨਾਲ ਆਪਣਾ ਇੰਡੀਆ ਇਸ ਚੱਕਰ ਵਿਊਹ ਦੇ ਵਿੱਚੋਂ ਜਿਹਦੇ ਵਿੱਚ ਫਸਿਆ ਹੋਇਆ ਨਿਕਲ ਪਾਏ। ਫਿਰ ਡਾਕਟਰ ਮਨਮੋਹਨ ਸਿੰਘ ਜੀ ਆਪਣੇ ਬ੍ਰੇਨ ਦਾ, ਆਪਣੇ ਐਕਸਪੀਰੀਅੰਸ ਨੂੰ ਇਸਤੇਮਾਲ ਕਰਕੇ ਇੱਕ ਲੈਜੈਂਡਰੀ ਬਜਟ ਪੇਸ਼ ਕਰਦੇ ਆ, ਜੋ ਕਿ ਆਪਾਂ ਸਮਝਦੇ ਹਾਂ ਚੈਪਟਰ 4 ਦੇ ਵਿੱਚ। ਚੈਪਟਰ 4 ਦਾ ਰੈਵੋਲੂਸ਼ਨਰੀ ਇਕਨੋਮਿਕ ਰਿਫਾਰਮਸ। ਬਜਟ ਵਿੱਚ ਪਹਿਲੀ ਚੀਜ਼ ਕੀ ਕੀਤੀ ਡਾਕਟਰ ਮਨਮੋਹਨ ਸਿੰਘ ਜੀ ਨੇ? ਡੀਵੈਲਿਊਏਸ਼ਨ ਕੀਤੀ ਇੰਡੀਅਨ ਰੁਪੀਸ ਦੀ। ਇੰਡੀਅਨ ਰੁਪੀ ਦੀ ਵੈਲਿਊ ਨੂੰ ਗਿਰਾ ਦਿੱਤਾ ਗਿਆ ਡਾਲਰ ਦੇ ਕੰਪੈਰੀਜ਼ਨ। ਦੂਸਰਾ 47 ਟਨ ਗੋਲਡ ਨੂੰ IMF ਵਰਲਡ ਬੈਂਕ ਕੋਲੇ ਰੱਖ ਕੇ ਪੈਸਾ ਰੇਜ਼ ਕੀਤਾ ਗਿਆ ਤਾਂ ਕਿ ਇੰਡੀਆ ਕੋਲ ਥੋੜਾ ਜਿਹਾ ਫੋਰਨ ਰਿਜ਼ਰਵ ਆਵੇ। ਤੀਸਰਾ ਇੱਕ ਨੈਗੇਟਿਵ ਇੰਪੋਰਟ ਲਿਸਟ ਬਣਾਈ ਗਈ ਕਿ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਬਾਕੀ ਸਾਰਾ ਕੁਝ ਇੰਪੋਰਟ ਕਰ ਸਕਦੇ ਹੋ, ਕਿਉਂਕਿ 1991 ਤੋਂ ਪਹਿਲਾਂ ਕਾਫੀ ਰਿਸਟ੍ਰਿਕਸ਼ਨ ਸੀ ਕਿ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਇੰਪੋਰਟ ਨਹੀਂ ਕਰ ਸਕਦੇ। ਤਾਂ ਡਾਕਟਰ ਮਨਮੋਹਨ ਸਿੰਘ ਜੀ ਨੇ ਇਹ ਸਭ ਤੋਂ ਪਹਿਲਾਂ ਰਿਸਟ੍ਰਿਕਸ਼ਨ ਹਟਾਤੀ। ਐਂਡ ਚੌਥਾ ਬੜੇ ਹੀ ਕ੍ਰਾਂਤੀਕਾਰੀ ਰਿਫਾਰਮਸ ਲੈ ਕੇ ਆਏ। LPG ਮਤਲਬ ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ, ਗਲੋਬਲਾਈਜੇਸ਼ਨ। ਲਿਬਰਲਾਈਜੇਸ਼ਨ ਨੂੰ ਸਭ ਤੋਂ ਪਹਿਲਾਂ ਸਮਝਦੇ ਆ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ 1947 ਦੇ ਵਿੱਚ ਦੇਸ਼ ਆਜ਼ਾਦ ਹੋਇਆ ਸੀ ਤਾਂ ਜਵਾਹਰ ਲਾਲ ਨਹਿਰੂ ਨੇ ਕੀ ਕੀਤਾ ਸੀ, ਫੋਕਸ ਕੀਤਾ ਸੀ ਕੇਵਲ ਪਬਲਿਕ ਸੈਕਟਰ ਦੇ ਉੱਤੇ। ਉਸ ਸਮੇਂ ਕੀ ਸੀ, ਲਾਇਸੈਂਸ ਇੰਨੀ ਆਸਾਨੀ ਨਾਲ ਨਹੀਂ ਮਿਲ ਪਾਉਂਦੇ ਸੀ। ਤਾਂ ਮਨਮੋਹਨ ਸਿੰਘ ਜੀ ਨੇ ਪਹਿਲੀ ਚੀਜ਼ ਇਹੀ ਕੀਤੀ, ਲਿਬਰਲਾਈਜੇਸ਼ਨ, ਕਿ ਹੁਣ ਜਿਹੜੀ ਸਰਕਾਰ ਹੈ ਨਾ ਉਹ ਲਿਬਰਲ ਹੋ ਜਾਵੇਗੀ ਕਿ ਆਸਾਨੀ ਨਾਲ ਆਪਾਂ ਲਾਇਸੈਂਸ ਦੇਵਾਂਗੇ। ਅਗਰ ਕੋਈ ਵੀ ਬੰਦਾ ਕਿਸੇ ਵੀ ਇੰਡਸਟਰੀ ਦੇ ਵਿੱਚ, ਕਿਸੇ ਵੀ ਸੈਕਟਰ ਦੇ ਵਿੱਚ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦਾ ਤਾਂ ਆਸਾਨੀ ਨਾਲ ਅਸੀਂ ਲਾਇਸੈਂਸ ਦੇਵਾਂਗੇ ਤਾਂ ਕਿ ਥੋੜੀ ਜੀ ਇਕਨੋਮੀ ਤੇਜ਼ ਹੋਵੇ। ਐਂਡ ਦੂਸਰਾ ਪ੍ਰਾਈਵੇਟਾਈਜੇਸ਼ਨ, ਫੋਕਸ ਕੀਤਾ ਗਿਆ ਪ੍ਰਾਈਵੇਟ ਪਲੇਅਰਸ ਦੇ ਉੱਤੇ, ਪ੍ਰਾਈਵੇਟ ਪਲੇਅਰਸ ਨੂੰ ਇਨਵਾਈਟ ਕਰਨ ਦਿੱਤੇ। ਐਂਡ ਉਹਨਾਂ ਸਾਰੀਆਂ ਇਨਵੈਸਟਮੈਂਟ, ਉਹਨਾਂ ਸਾਰੇ ਇਨਵੋਲਵਮੈਂਟ ਜਿਹਦੇ ਵਿੱਚ ਸਰਕਾਰ ਦਾ ਬਹੁਤ ਜ਼ਿਆਦਾ ਟਾਈਮ, ਬਹੁਤ ਜ਼ਿਆਦਾ ਪੈਸਾ ਜਾ ਰਿਹਾ, ਪ੍ਰੋਡਕਟਿਵਿਟੀ ਆ ਨਹੀਂ ਰਹੀ, ਉਹ ਸਾਰੀਆਂ ਚੀਜ਼ਾਂ ਨੂੰ ਨਾ ਪ੍ਰਾਈਵੇਟ ਪਲੇਅਰਸ ਨੂੰ ਦੇਣ ਦਾ ਫੈਸਲਾ ਕੀਤਾ। ਤਾਂ ਹੀ ਕਰਕੇ ਆਪਾਂ ਅੱਜ ਦੇਖਦੇ ਹਾਂ ਪ੍ਰਾਈਵੇਟ ਬੈਂਕ, ਪ੍ਰਾਈਵੇਟ ਸਕੂਲ, ਪ੍ਰਾਈਵੇਟ ਹਸਪੀਟਲ ਖੁੱਲਿਆ ਡਿਊ ਟੂ ਪ੍ਰਾਈਵੇਟਾਈਜੇਸ਼ਨ। ਤੀਸਰਾ ਬੜਾ ਕ੍ਰਾਂਤੀਕਾਰੀ ਰਿਫਾਰਮ ਮੈਂ ਕਹੂੰਗਾ ਗਲੋਬਲਾਈਜੇਸ਼ਨ, ਜਿਹਨੇ ਇੰਡੀਆ ਦੀ ਇਕਨੋਮੀ ਨੂੰ ਉਠਾਤਾ। ਸਾਰੇ ਫੋਰਨ ਪਲੇਅਰਸ ਨੂੰ, ਸਾਰੀ ਫੋਰਨ ਇਨਵੈਸਟਮੈਂਟ ਨੂੰ ਮਨਮੋਹਨ ਸਿੰਘ ਜੀ ਨੇ ਇਨਵਾਈਟ ਕੀਤਾ ਕਿ ਕੋਈ ਵੀ ਫੋਰਨ ਕੰਪਨੀ ਇੰਡੀਆ ਦੇ ਵਿੱਚ ਆ ਸਕਦੀ ਆ। ਕਿਉਂਕਿ ਮੈਂ ਤੁਹਾਨੂੰ ਹੁਣੇ ਜਸਟ ਦੱਸਿਆ ਨਾ ਕਿ ਜਵਾਹਰ ਲਾਲ ਨਹਿਰੂ ਨੇ ਕੀ ਕੀਤਾ ਸੀ, ਉਸ ਸਮੇਂ ਇਹ ਜ਼ਰੂਰੀ ਸੀ ਕਰਨਾ, ਤਾਂ ਕਰਕੇ ਉਹਨਾਂ ਨੇ ਕੀਤਾ ਸੀ ਕਿ ਸਾਰੀਆਂ ਫੋਰਨ ਇਨਵੈਸਟਮੈਂਟ ਨੂੰ, ਫੋਰਨ ਕੰਪਨੀਆਂ ਨੂੰ ਰੋਕਤਾ ਸੀ ਕਿ ਕੋਈ ਵੀ ਕੰਪਨੀ ਇੰਡੀਆ ਦੇ ਵਿੱਚ ਨਹੀਂ ਆ ਸਕਦੀ। ਤਾਂ ਮਨਮੋਹਨ ਸਿੰਘ ਜੀ ਨੇ ਕੀ ਕੀਤਾ, ਗਲੋਬਲਾਈਜੇਸ਼ਨ ਵਾਲਾ ਰਿਫਾਰਮ ਲੈ ਕੇ ਆਏ। ਜਿੱਥੇ ਇੰਡੀਆ ਨੂੰ ਬੜੀ ਹੀ ਇੰਪੋਰਟੈਂਟ ਸਖਤ ਜ਼ਰੂਰਤ ਸੀ, ਉੱਥੇ ਗਲੋਬਲਾਈਜੇਸ਼ਨ ਰਿਫਾਰਮ ਲੈ ਕੇ ਆਏ। ਐਂਡ ਜਿਹਨੇ ਨਾ ਕ੍ਰਾਂਤੀਕਾਰੀ ਕਹਿ ਸਕਦੇ, ਇੰਡੀਆ ਦੀ ਦਸ਼ਾ ਹੀ ਬਦਲਤੀ। ਬਟ ਇੱਥੇ ਨਾ ਉਹਨਾਂ ਨੇ ਬੜੀ ਸਮਾਰਟਲੀ ਪਲੇ ਕੀਤਾ। ਧਿਆਨ ਨਾਲ ਸਮਝੋ, ਗਲੋਬਲਾਈਜੇਸ਼ਨ ਡਰ ਤਾਂ ਉਹਨਾਂ ਨੂੰ ਸੀ ਕਿ 1947 ਤੋਂ ਪਹਿਲਾਂ ਜਿਵੇਂ ਅੰਗਰੇਜ਼ਾਂ ਨੇ ਐਕਸਪਲੋਇਟ ਕੀਤਾ ਇੰਡੀਆ ਨੂੰ, ਉਹਦਾ ਕਿਤੇ ਫੇਰ ਨਾ ਹੋ ਜਾਏ। ਤਾਂ ਉਹਨਾਂ ਨੇ ਨਾ ਇੱਕ ਕੰਡੀਸ਼ਨ ਰੱਖਤੀ ਕਿ ਫੋਰਨ ਕੰਪਨੀ ਕੋਈ ਵੀ ਆ ਸਕਦੀ ਆ, ਬਟ ਸ਼ਰਤ ਇਹ ਆ ਕਿ 100% ਕੰਟਰੋਲ ਉਹਨੂੰ ਨਹੀਂ ਦੇਵਾਂਗੇ, ਤੁਹਾਨੂੰ ਇੰਡੀਆ ਦੇ ਵਿੱਚ ਕਿਸੇ ਵੀ ਪ੍ਰਾਈਵੇਟ ਪਲੇਅਰ ਦੇ ਨਾਲ ਅਲਾਈਅੰਸ ਕਰਨਾ ਪਊਗਾ ਤੇ ਉਸ ਬੰਦੇ ਨੂੰ ਤੁਹਾਨੂੰ 51% ਸਟੇਕ ਦੇਣਾ ਪਊਗਾ। ਤੁਸੀਂ ਸਿਰਫ 49% ਸਟੇਕ ਰੱਖ ਸਕਦੇ ਹੋ। ਐਂਡ ਇਹ ਬੜਾ ਹੀ ਕ੍ਰਾਂਤੀਕਾਰੀ ਡਿਸੀਜਨ ਸੀ। ਇਸਨੇ ਕੀ ਕੀਤਾ, ਵੱਡੇ ਵੱਡੇ ਕੰਪਨੀਆਂ ਨੂੰ ਇਨਵਾਈਟ ਕੀਤਾ, ਭਾਰਤ ਦੇ ਵਿੱਚ ਫੋਰਨ ਇਨਵੈਸਟਮੈਂਟਸ ਆਈਆਂ, ਜਿਹਦੇ ਕਰਕੇ ਕੀ ਹੋਇਆ, ਪੂਰੀ ਇਕਨੋਮੀ ਦੇ ਵਿੱਚ ਇੱਕਦਮ ਤੇਜ਼ੀ ਆ ਗਈ, ਜੋਬਸ ਕ੍ਰੀਏਟ ਹੋਣ ਲੱਗੀਆਂ, ਪੈਸਾ ਆਇਆ। ਐਂਡ ਕਾਫੀ ਤੁਹਾਨੂੰ ਐਗਜ਼ਾਮਪਲ ਦਿੰਨਾ ਇੱਕ ਦੋ ਕੰਪਨੀਆਂ ਦੀ। ਹੋਂਡਾ ਕੰਪਨੀ ਆਈ 49% ਸਟੇਕ ਤੇ ਹੀਰੋ ਦੇ ਨਾਲ ਉਹਨਾਂ ਨੇ ਪਾਰਟਨਰ ਕੀਤਾ, ਹੀਰੋ ਹੋਂਡਾ ਕੰਪਨੀ ਬਣ ਗਈ। ਐਂਡ ਉਸ ਤੋਂ ਇਲਾਵਾ ਸੁਜ਼ੂਕੀ ਆਈ, ਮਰੂਤੀ ਦੇ ਨਾਲ ਪਾਰਟਨਰ ਕੀਤਾ, ਇੰਡੀਆ ਦੇ ਵਿੱਚ 51% ਉਹਨਾਂ ਨੂੰ ਸਟੇਕ ਦੇ ਕੇ ਆਪਣੇ ਕੋਲ 49% ਹੀ ਰੱਖਿਆ, ਮਰੂਤੀ ਸੁਜ਼ੂਕੀ ਬਣ ਗਈ। ਇੰਪੈਕਟ ਇਹ ਪਿਆ LPG ਰਿਫਾਰਮਸ ਦਾ, ਜਿੱਥੇ ਪਹਿਲਾਂ 1990s ਤੋਂ ਪਹਿਲਾਂ ਅਗਰ ਟੀਵੀ ਦੀ ਗੱਲ ਕਰੀਏ, ਬਲੈਕ ਟੀਵੀ ਓਨੀਡਾ ਵਗੈਰਾ ਹੁੰਦੇ ਸੀ, ਉਸ ਤੋਂ ਬਾਅਦ ਸੋਨੀ, LG ਵਗੈਰਾ ਆ ਗਏ। ਐਂਡ ਇਦਾਂ ਹੀ ਗੱਲ ਕਰੀਏ ਮੈਕਡੋਨਲਡਸ, ਡੋਮੀਨੋਸ, ਸਾਰੇ ਵੱਡੇ ਵੱਡੇ ਆਊਟਲੈਟਸ, ਵੱਡੀ ਵੱਡੀ ਕੰਪਨੀਆਂ, ਕੋਕਾ ਕੋਲਾ ਦੁਬਾਰਾ ਆ ਗਈ ਇੰਡੀਆ ਦੇ ਵਿੱਚ। ਐਂਡ ਇਕਨੋਮੀ ਨਾ ਇੱਕਦਮ ਤੇਜ਼ ਹੋ ਗਈ। ਫਿਰ ਉਸ ਤੋਂ ਬਾਅਦ ਆਇਆ ਡਾਕਟਰ ਮਨਮੋਹਨ ਸਿੰਘ ਜੀ ਦਾ ਚੈਪਟਰ 5 ਦਾ ਪੀਰੀਅਡ ਆਫ ਪ੍ਰਾਈਮ ਮਿਨਿਸਟਰ।
ਫਿਰ ਉਸ ਤੋਂ ਬਾਅਦ 2004 ਤੋਂ ਲੈ ਕੇ 2014 ਤੱਕ ਡਾਕਟਰ ਮਨਮੋਹਨ ਸਿੰਘ ਜੀ ਨੇ ਦੇਸ਼ ਦੀ ਸੇਵਾ ਕੀਤੀ। ਪ੍ਰਾਈਮ ਮਿਨਿਸਟਰ ਬਣ ਕੇ ਬਹੁਤ ਸਾਰੇ ਇਨੀਸ਼ੀਏਟਿਵ ਲੈ ਕੇ ਆਏ, ਜਿਵੇਂ ਕਿ ਨੈਸ਼ਨਲ ਰੂਰਲ ਇੰਪਲੋਇਮੈਂਟ ਗਰੰਟੀ ਐਕਟ, ਰਾਈਟ ਟੂ ਇਨਫੋਰਮੇਸ਼ਨ ਐਕਟ, ਜਿਨ੍ਹਾਂ ਨੇ ਪੂਰੇ ਭਾਰਤ ਦੀ ਦਸ਼ਾ ਹੀ ਬਦਲਤੀ ਹੈ। ਐਂਡ ਇੱਦਾਂ ਦੇ ਇੱਕ ਪ੍ਰਾਈਮ ਮਿਨਿਸਟਰ ਬਣੇ ਜਿਹੜੇ ਕਿ ਸਿੰਪਲਿਸਿਟੀ ਦਾ ਪ੍ਰਤੀਕ ਨੇ, ਜਿਨ੍ਹਾਂ ਵੀ ਆਪਣੀ ਪਾਰਟੀ ਵਾਲੇ ਤਾਂ ਰਿਸਪੈਕਟ ਕਰਦੇ ਹੀ ਨੇ, ਬਲਕਿ ਓਪੋਜੀਸ਼ਨ ਪਾਰਟੀ ਵਾਲੇ ਬੰਦੇ ਵੀ ਰਿਸਪੈਕਟ ਕਰਦੇ ਨੇ, ਭਾਵੇਂ ਉਹ ਪ੍ਰਾਈਮ ਮਿਨਿਸਟਰ ਮੋਦੀ ਹੋਵੇ। ਆ ਇੰਟਰਵਿਊ ਦੀ ਕਲਿੱਪ ਸੁਣਿਓ। डॉक्टर मनमोहन सिंह जी का जीवन, उनकी ईमानदारी और सादगी का प्रतिबिंब था। उन्होंने वित्तीय संकट से घिरे देश को एक नई अर्थव्यवस्था के मार्ग पर प्रशस्त किया। प्रधानमंत्री के रूप में देश के विकास में और प्रगति में उनके योगदान को हमेशा याद किया जाएगा। ਇਹ ਤਾਂ ਤੁਸੀਂ ਓਪੋਜੀਸ਼ਨ ਪਾਰਟੀਆਂ ਦੀ ਕਲਿੱਪ ਦੇਖੀ। ਇਸ ਤੋਂ ਇਲਾਵਾ ਨਾ ਦੂਸਰੀਆਂ ਕੰਟਰੀਆਂ ਦੇ ਪ੍ਰਾਈਮ ਮਿਨਿਸਟਰ ਵੀ ਡਾਕਟਰ ਮਨਮੋਹਨ ਸਿੰਘ ਜੀ ਦੀ ਰਿਸਪੈਕਟ ਕਰਦੇ ਸੀ। ਆ ਵੀ ਕਲਿੱਪ ਸੁਣਿਓ। Well, I want to express my pleasure in having the opportunity to meet once again with my good friend, Prime Minister Singh. I've said before, and I continue to believe that the extraordinary leadership that Prime Minister Singh has provided, not just to India, but to the world, has helped us navigate through some very difficult times. And I can tell you that here at the G20, when the Prime Minister speaks, people listen. ਇਹ ਕਿਹਾ ਸੀ ਬਰਾਕ ਓਬਾਮਾ ਜੀ ਨੇ ਆਪਣੀ ਕਲਿੱਪ ਦੇ ਵਿੱਚ। ਐਂਡ ਕੈਨ ਵੀ ਕਿਉਂ ਨਾ, ਕਿਉਂਕਿ ਇੱਦਾਂ ਦੇ ਪ੍ਰਾਈਮ ਮਿਨਿਸਟਰ ਜਿਨ੍ਹਾਂ ਦਾ ਜਨਮ, ਜਿਵੇਂ ਮੈਂ ਸਟਾਰਟਿੰਗ ਵਿੱਚ ਕਿਹਾ, ਇੱਕ ਬੜੀ ਸਧਾਰਨ ਸਿੱਖ ਫੈਮਿਲੀ ਦੇ ਵਿੱਚ ਹੋਇਆ, ਐਂਡ ਜਿਨ੍ਹਾਂ ਨੇ ਕਹਿ ਸਕਦੇ ਆ ਆਪਣੀ ਸਮਝ ਦੇ ਨਾਲ, ਆਪਣੀ ਬੁੱਧੀ ਦੇ ਨਾਲ ਪੂਰੇ ਦੇਸ਼ ਦੀ ਇੱਕ ਨੀਂਹ ਰੱਖਤੀ, ਐਂਡ ਜਿਸ ਦੇ ਚਲਦੇ ਅੱਜ ਆਪਾਂ ਦੇਖਦੇ ਹਾਂ ਇੰਡੀਆ ਪਹੁੰਚ ਪਾਇਆ ਇੰਨੀ ਅੱਗੇ। ਐਂਡ ਲਾਸਟ ਪ੍ਰੈਸ ਕਾਨਫਰੰਸ ਵਿੱਚ ਨਾ ਡਾਕਟਰ ਮਨਮੋਹਨ ਸਿੰਘ ਜੀ ਨੇ ਇਹ ਗੱਲ ਕਹੀ ਸੀ, ਧਿਆਨ ਨਾਲ ਸੁਣਿਓ। Honestly believe that history will be kinder to me than the contemporary media or or for that matter the opposition parties in parliament. ਉਹ ਸਹੀ ਕਿਹਾ ਸੀ, ਹਿਸਟਰੀ ਵਿਲ ਬੀ ਕਾਈਂਡਰ ਟੂ ਹਿਮ। ਐਂਡ ਅੱਜ ਬੜੇ ਦੁੱਖ ਦੇ ਹਿਰਦੇ ਨਾਲ ਕਹਿਣਾ ਪੈ ਰਿਹਾ, ਡਾਕਟਰ ਮਨਮੋਹਨ ਸਿੰਘ ਜੀ ਆਪਾਂ ਸਾਰਿਆਂ ਨੂੰ ਛੱਡ ਕੇ ਚਲੇ ਗਏ ਨੇ, ਬਟ ਕਹਿ ਸਕਦੇ ਆ ਨਾ ਕਿ ਇੱਦਾਂ ਦੇ ਲੈਜੈਂਡਸ ਕਦੀ ਵੀ ਮਰਦੇ ਨਹੀਂ ਆ। ਉਹਨਾਂ ਦੀ ਕਹਿ ਸਕਦੇ ਆ ਐਕਸਪੀਰੀਅੰਸ, ਉਹਨਾਂ ਦੀ ਲਰਨਿੰਗਸ ਹਮੇਸ਼ਾ ਸਾਡੇ ਨਾਲ ਰਹਿੰਦੀਆਂ ਨੇ। ਐਂਡ ਇਹ ਮੇਰੀ ਛੋਟੀ ਜੀ ਕੋਸ਼ਿਸ਼ ਆ ਉਹਨਾਂ ਦੀ ਲਾਈਫ ਨੂੰ ਸਮਝ ਕੇ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨ ਦੀ। ਐਂਡ ਉਮੀਦ ਕਰਦਾ ਤੁਹਾਨੂੰ ਵੀਡੀਓ ਦਾ ਇਹ ਪ੍ਰੋਜੈਕਟ ਵਧੀਆ ਲੱਗਿਆ ਹੋਵੇ ਉਹਨਾਂ ਦੀ ਬਾਇਓਗ੍ਰਾਫੀ ਦੇ ਉੱਤੇ। ਐਂਡ ਅਗਰ ਵਧੀਆ ਲੱਗਿਆ ਹੋਵੇ, ਚੈਨਲ ਦੇ ਕਮੈਂਟ ਸੈਕਸ਼ਨ ਵਿੱਚ ਮੈਨੂੰ ਜ਼ਰੂਰ ਆਪਣਾ ਸਜੈਸ਼ਨ ਦਿਓ, ਰਿਪਲਾਈ ਕਰੋ। ਐਂਡ ਤੁਹਾਨੂੰ ਕੀ ਚੀਜ਼ ਵਧੀਆ ਲੱਗੀ ਉਹ ਵੀ ਦੱਸੋ। ਐਂਡ ਇਸ ਚੈਨਲ ਦੇ ਉੱਤੇ ਨਾ ਜ਼ਰੂਰ ਇੱਦਾਂ ਹੀ ਪਿਆਰ ਬਣਾਏ ਰੱਖੋ, ਕਿਉਂਕਿ ਇਹ ਪੰਜਾਬੀ ਮੈਂ ਕਮਿਊਨਿਟੀ ਕ੍ਰੀਏਟ ਕਰ ਰਿਹਾ ਆਪਣੇ ਪੰਜਾਬੀ ਭਰਾਵਾਂ ਭੈਣਾਂ ਦੇ ਲਈ, ਜਿਹੜੇ ਕਿ ਕਿਸੇ ਵੀ ਦੇਸ਼ ਵਰਲਡ ਦੇ ਕੋਨੇ 'ਤੇ ਹਨ, ਤਾਂ ਕਿ ਮੈਂ ਵਰਲਡ, ਨੈਸ਼ਨਲ, ਸਟੇਟ ਲੈਵਲਸ ਦੀਆਂ ਨਿਊਜ਼, ਕਰੰਟ ਅਫੇਅਰਸ, ਇੱਦਾਂ ਦੀਆਂ ਬਾਇਓਗ੍ਰਾਫੀਜ਼ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰ ਸਕਾਂ, ਕੁਛ ਇੱਦਾਂ ਦੇ ਇੰਟਰਸਟਿੰਗ ਟੌਪਿਕਸ। ਬਸ ਇੱਦਾਂ ਹੀ ਪਿਆਰ ਬਣਾਏ ਰੱਖੋ। ਹਰ ਵਾਰੀ ਆ ਕੇ ਵੀਡੀਓ ਦੇਖਣ ਦੇ ਲਈ, ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਜਾਂਦੇ ਜਾਂਦੇ ਨਾ ਮੈਂ ਇੱਕ ਹੋਰ ਗੱਲ ਕਹਾਂਗਾ, ਅਗਰ ਤੁਸੀਂ ਦਿਲਜੀਤ ਦੋਸਾਂਝ ਫੇਰੇ ਦੀ ਲੇਟੈਸਟ ਕੰਟਰੋਵਰਸੀ ਬਾਰੇ ਜਾਣਨਾ ਚਾਹਦੇ ਹੋ ਨਾ, ਮੇਰੀ ਲੇਟੈਸਟ ਵੀਡੀਓ ਮੈਂ ਬਣਾਈ ਸੀ ਇਸ ਚੈਨਲ ਦੇ ਉੱਤੇ, ਉਹ ਜਾ ਕੇ ਜ਼ਰੂਰ ਦੇਖਿਓ। ਐਂਡ ਇਸ ਦੇ ਨਾਲ ਨਾਲ ਮਨਮੋਹਨ ਸਿੰਘ ਜੀ ਦੀ ਜਰਨੀ ਨੂੰ ਤਾਂ ਤੁਸੀਂ ਸਮਝ ਲਿਆ। ਅਗਰ ਸ਼੍ਰੋਮਣੀ ਅਕਾਲੀ ਦਲ ਬਾਰੇ ਸਮਝਣਾ ਚਾਹੁੰਦੇ ਹੋ ਕਿ ਕਿੱਦਾਂ ਇਹ ਸ਼ੁਰੂਆਤ ਹੋਈ ਸੀ, ਉਹ ਵੀ ਜਾ ਕੇ ਜ਼ਰੂਰ ਦੇਖਿਓ। ਮੈਂ ਮਿਲਦਾ ਤੁਹਾਨੂੰ ਇਹਨਾਂ ਦੋਵਾਂ ਵੀਡੀਓ ਦੇ ਵਿੱਚ। ਦਿਸ ਇਜ਼ ਡਾਕਟਰ ਪ੍ਰਭਜੀਤ ਸਾਨੀ ਸਾਈਨਿੰਗ ਆਊਟ। ਜੇ